आई हुई सारी स्टार कास्ट का बहुत बहुत स्वागत है। मैं मीडिया ने रिक्वेस्ट करना चाहूंगी टू प्लीज सेटल डाउन सो दैट वी कैन स्टार्ट आवर इवेंट। थोड़ा जिहा होर हो जाओगे तो ज़्यादा वधिया जी। So finally our star cast is here with us, and as we know, Humble Motion Pictures, OMG Star Studios and Pooja Entertainment मिलके एक धमाकेदार फिल्म ਜਿਹੜੀ ਹੈ ਲੈ ਕੇ ਆ ਰਹੇ ਸਾਡੇ ਸਭ ਦੇ ਲਈ। ਇੱਕ ਮਲਟੀ ਸਟਾਰ ਫਿਲਮ ਹੈ, ਇਹ ਤਾਂ ਸਾਨੂੰ ਪਤਾ ਸੀ, ਲੇਕਿਨ ਸਟਾਰ ਕਾਸਟ ਇੰਨੀ ਵੱਡੀ ਹੈ ਇਸ ਗੱਲ ਦਾ ਅੰਦਾਜ਼ਾ ਸਾਨੂੰ ਨਹੀਂ ਸੀ। ਤੇ ਜਿੰਨਾ ਅਸੀਂ ਟ੍ਰੇਲਰ ਨੂੰ ਵੇਖ ਰਹੇ ਹਾਂ ਉਹਨਾਂ ਹੀ ਦਿਲ ਕਰ ਰਿਹਾ ਕਿ ਜਲਦੀ ਫਿਲਮ ਜਿਹੜੀ ਹੈ ਰਿਲੀਜ਼ ਹੋਵੇ ਤਾਂ ਕਿ ਇਹ ਸਸਪੈਂਸ ਜਿਹੜਾ ਖਤਮ ਹੋ ਸਕੇ ਕਿ ਫਾਈਨਲੀ ਗਿਰਧਾਰੀ ਲਾਲ ਨੇ ਆਈ ਲਵ ਯੂ ਟੂ ਕਿਹਨੂੰ ਕਿਹਾ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਪੂਰੀ ਸਟਾਰ ਕਾਸਟ ਦਾ ਬਹੁਤ ਬਹੁਤ ਸਵਾਗਤ ਕਰਨਾ ਚਾਹੂੰਗੀ। ਥੈਂਕ ਯੂ ਸੋ ਮਚ ਫॉर ਕਮਿੰਗ ਹੇਅਰ ਐਂਡ ਐਜ਼ ਵੀ ਨੋ ਕਿ ਟ੍ਰੇਲਰ ਨੂੰ ਗਾਣੇ ਨੂੰ ਬੜਾ ਅਮੇਜ਼ਿੰਗ ਰਿਸਪੌਂਸ ਮਿਲ ਰਿਹਾ ਹੈ। ਸੋ ਕਿਉਂ ਨਾ ਸਭ ਤੋਂ ਪਹਿਲਾਂ ਆਪਾਂ ਟ੍ਰੇਲਰ ਹੀ ਵੇਖ ਲਈਏ ਇੱਕ ਵਾਰ ਫਿਰ। ਸੋ ਆਈ ਵੁੱਡ ਲਾਈਕ ਟੂ ਰਿਕੁਐਸਟ ਇੱਕ ਵਾਰ ਟ੍ਰੇਲਰ ਜਿਹੜਾ ਉਹ ਦੁਬਾਰਾ ਪਲੇ ਕਰ ਦਿੱਤਾ ਜਾਵੇ ਪਲੀਜ਼ ਐਂਡ ਲਾਈਟਸ ਆਫ ਕਰ ਦਿੱਤੀਆਂ ਜਾਣ। फैंस इंतजार कर रहे हैं कि फिल्म रिलीज होवे तो ਅਸੀਂ फटाफट थिएटर्स ਦੇ ਵਿੱਚ ਜਾਈਏ। ਮੈਨੂੰ ਪਤਾ ਤੁਹਾਨੂੰ ਸਭ ਨੂੰ ਬਹੁਤ ਮੈਸੇਜ ਆ ਰਹੇ ਨੇ ਕਿ ਸਰ ਕਦੋਂ ਲੈ ਕੇ ਆ ਰਹੇ ਹੋ, ਫਿਲਮ ਕਦੋਂ ਲੈ ਕੇ ਆ ਰਹੇ ਹੋ। ਸੋ ਕ੍ਰਿਸਮਸ ਤੇ ਗਿਰਧਾਰੀ ਲਾਲ ਜੀ ਆ ਰਹੇ ਨੇ, ਕੈਪਟਨ ਆਫ ਦਾ ਸ਼ਿਪ। ਆਫ ਕੋਰਸ ਸੈਟ ਤੇ ਇਹ ਜਿੰਨੇ ਜ਼ਿਆਦਾ ਐਕਟਿਵ ਰਹਿੰਦੇ ਨੇ ਉਨੇ ਹੀ ਪ੍ਰਮੋਸ਼ਨਸ ਦੇ ਵਿੱਚ ਵੀ ਐਕਟਿਵ ਰਹਿੰਦੇ ਨੇ ਤੇ ਇਹੀ ਵਜ੍ਹਾ ਹੈ ਕਿ ਫਿਲਮਾਂ ਦਾ ਫੈਂਸ ਇੰਤਜ਼ਾਰ ਵੀ ਕਰਦੇ ਨੇ, ਪਸੰਦ ਵੀ ਕਰਦੇ ਨੇ। ਲੇਕਿਨ ਇੱਕ ਸਵਾਲ ਹੈ, ਪਿਛਲੀ ਵਾਰਨਿੰਗ ਫਿਲਮ ਦੇ ਵਿੱਚ ਜੇ ਤੁਹਾਨੂੰ ਹੀਰੋਇਨ ਨਹੀਂ ਮਿਲੀ, ਇਸ ਫਿਲਮ 'ਚ ਇਕੱਠੀਆਂ 7 ਹੀਰੋਇਨ, मतलब सारा पिछला बदला पूरा कर लिया है। से नीचे ऑन लाइट्स ऑन कर दी जान प्लीज। चेक एक्चुअली मैनू हिसाब नहीं सी क्योंकि मैं माइकों का काम करता नहीं ना रहा। सत श्री अकाल जी, पहला तो सारे जी हैं बिल्कुल जी, क्योंकि जो वार्निंग च करैक्टर सीगा वो बहुत अलग सीगा जी। एक गिरधारी लाल बहुत ही डिफरेंट करैक्टर है जी, तो ये बड़ा सच्चा जिहा करैक्टर आ। पिंडां च कह दिंदे कि बुक करैक्टर आ, इनू हिसाब नहीं गा बोलण दा, पर जो बोलदा दिल तो ही बोलदा वा, है ना। तो उस तरह का करैक्टर आ। तो कुड़ी लभ रहा अपने लिए, जिहड़ी लभदी आ उहदे नाल ही प्यार हो जांदा, है ना। उस तरह की कहानी है जी। जी ते फिल्म दे नाल बड़े ਜਿਹੜੇ ਨਾਮ ਨੇ ਉਹ ਵੀ ਵਾਇਰਲ ਹੋ ਰਹੇ ਨੇ। ਗਿਰਧਾਰੀ ਲਾਲ ਨਾਰਮਲੀ ਪਿੰਡਾਂ 'ਚ ਲੱਗਦਾ ਸੀ ਪੁਰਾਣਾ ਜਿਹਾ ਨਾਮ ਹੈ, ਹੁਣ ਮੈਨੂੰ ਲੱਗਦਾ ਪਿੰਡਾਂ 'ਚ ਜਿੰਨੇ ਗਿਰਧਾਰੀ ਲਾਲ ਨੇ ਸਭ ਨੂੰ ਤੁਸੀਂ ਫੇਮਸ ਕਰਤਾ ਹੈ। ਕੁਲਜੀਤਾ ਇੱਦਾਂ ਲੱਗਦਾ ਪੁਰਾਣਾ ਨਾਮ ਹੈ, ਹੁਣ ਜਿੰਨੀ ਕੁਲਜੀਤਾ ਨੇ ਸਭ ਨੂੰ ਫੇਮਸ ਕਰ ਦਿੱਤਾ ਹੈ। ਹੋਰ ਤਾਂ ਹੋਰ ਪ੍ਰਿੰਟ ਵੀ ਹੁਣ ਤਾਂ ਇਹ ਵੀ ਵਾਇਰਲ ਹੋ ਰਿਹਾ। ਕੁੜੀ ਨੂੰ ਕਿਸੇ ਕੱਪੜੇ ਦੇ ਵਿੱਚ ਵੇਖਦੇ, ਕਿਸੇ ਰੰਗ ਦੇ ਤੇ ਕਨੈਕਟ ਕਰਦੇ ਕਿ ਕਿਹਦੇ ਵਰਗੀ ਲੱਗਦੀ ਹੈ। ਸੋ ਹਿਮਾਂਸ਼ੀ ਮੈਮ ਤੋਂ ਮੈਂ ਪੁੱਛਣਾ ਚਾਹੂੰਗੀ, ਮੈਮ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਪਹਿਲੇ ਤਾਂ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ, ਤੁਸੀਂ ਆਏ ਸਾਰੇ ਜਾਣੇ ਸਾਨੂੰ ਮਿਲਣ ਵਾਸਤੇ। ਦੂਸਰਾ ਸੈੱਟ ਦੇ ਉੱਤੇ ਨਾ ਬੜਾ ਜ਼ਿਆਦਾ ਮੈਂ ਬਹੁਤ ਘਬਰਾਈ ਹੋਈ ਸੀ, ਟੂ ਬੀ ਵੈਰੀ ਓਨੈਸਟ, ਕਿਉਂਕਿ ਮੈਂ ਗਿੱਪੀ ਜੀ ਨੂੰ ਪਹਿਲੇ ਹੀ ਸੈੱਟ ਤੇ ਕਹਿਤਾ ਸੀਗਾ ਕਿ ਇਹ ਮੇਰਾ ਫਰਸਟ ਐਕਸਪੀਰੀਅੰਸ ਹੋਏਗਾ ਐਜ਼ ਅ ਫਿਲਮ ਦੇ ਉੱਤੇ ਕੰਮ ਕਰਨ ਦਾ। ਤਾਂ ਮੈਨੂੰ ਕਿਤੇ ਵੀ ਤੁਹਾਨੂੰ ਲੱਗਿਆ ਕਿ ਮੈਂ ਗਲਤ ਕਰ ਰਹੀ ਹਾਂ ਤਾਂ ਤੁਸੀਂ ਮੈਨੂੰ ਪਲੀਜ਼ ਗਾਈਡ ਕਰ ਦਿਓ। ਤੇ ਸੈੱਟ ਦੇ ਉੱਤੇ ਉਹਨਾਂ ਨੇ ਉੱਦਾਂ ਹੀ ਗਾਈਡ ਕੀਤਾ ਔਰ ਉਵੇਂ ਹੀ, ਔਰ ਮੈਨੂੰ ਪਤਾ ਹੀ ਨਹੀਂ ਚੱਲਿਆ ਕੀ ਹੋਇਆ ਸੈੱਟ ਤੇ, ਕਿੱਦਾਂ ਹੋਇਆ, ਕਿਵੇਂ ਸ਼ੂਟ ਖਤਮ ਹੋਇਆ, ਕੁਛ ਮਤਲਬ ਮੇਰੀ ਮੈਮਰੀ 'ਚੋਂ ਹੀ ਵਾਸ਼ ਹੋ ਗਿਆ ਕਿਉਂਕਿ ਉਹਨਾਂ ਨੇ ਇੰਨਾ ਈਜ਼ੀ ਟੂ ਗੋ ਸੀਗਾ ਸਭ ਸ਼ੂਟ ਕਰਨਾ। ਔਰ ਬੜਾ ਸਭ ਤੋਂ ਜ਼ਿਆਦਾ ਬਹੁਤ ਜ਼ਿਆਦਾ ਕਮੈਂਡੇਬਲ ਚੀਜ਼ ਜੋ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇੰਨੇ ਆਰਟਿਸਟ ਔਰ ਉਹਨਾਂ ਨੂੰ ਇੰਨਾ ਟਾਈਮ ਮੈਨੇਜ ਕਰਨਾ ਔਰ ਉਹਨਾਂ ਦੀ ਡੇਟਸ ਤੋਂ ਲੈ ਕੇ ਉਹਨਾਂ ਦੀ ਇੱਕ ਵੀ ਦਿਨ ਮਤਲਬ ਵੇਸਟ ਨਹੀਂ, ਇੱਕ ਵੀ ਘੰਟਾ ਵੇਸਟ ਨਹੀਂ। टाइम मैनेजमेंट ये पिछे जो टीम वर्क कर रही सी वो बहुत ही ज़्यादा कमेंडेबल सीगा। वो बहुत ही ज़्यादा जिस चीज़ से वर्क किया गया सीगा कि इस शूट नूं जल्दी किवें फिनिश करना है, टाइम दे नाल किवें करना है। और गिप्पी जी ऑलरेडी 2 जॉब्स कर रहे थे, तुसीं देख सकते हो। स्क्रीन प्रेजेंस सब तो ज़्यादा इन्हां दी है और भज के आके फिर स्क्रीन दे उत्ते अपना सीन देखना। सो मतलब ये ऑफ कैमरा बहुत मेहनत वाली मे बी शायद देखने च तुहानूं सिंपल लगेगी बट ऑफ कैमरा बहुत मेहनत है, बहुत ज़्यादा सी। जी जी राइट, वो तो असीं मेकिंग्स दे विच वेख ही लिया कि कितनी मेहनत
ਸੋ ਗੁਰਪ੍ਰੀਤ ਖੱਗੀ ਸਰ ਜੀ ਸਾਡੇ ਨਾਲ ਮੌਜੂਦ ਨੇ। ਸਰ ਨਾਰਮਲੀ ਆਪਾਂ ਤੁਹਾਨੂੰ ਵੇਖਦੇ ਹਾਂ ਜਦੋਂ ਲੋਕ ਇਮੇਜਿਨ ਕਰਦੇ ਕਿ ਗੁਰਪ੍ਰੀਤ ਖੱਗੀ ਜੀ ਕਿਸੇ ਫਿਲਮ ਦੇ ਵਿੱਚ ਹੋਣਗੇ, ਓਕੇ ਕਾਮੇਡੀ ਹੋਏਗੀ, ਪੰਚ ਹੋਏਗਾ, ਲੇਕਿਨ ਇੱਥੇ ਸਾਡਾ ਹੱਸਦਾ ਖੇਡਦਾ ਮੁੰਡਾ ਉਹਨੂੰ ਤੁਸੀਂ ਪੈਰ ਹੀ ਲਵਾਤਾ ਹੈ। ਮਤਲਬ ਫਿਲਮ ਦੇ ਵਿੱਚ ਜਿਹੜਾ ਤੁਹਾਡਾ ਕਿਰਦਾਰ ਹੈ ਦੇਖਣ ਨੂੰ ਲੱਗ ਰਿਹਾ ਹੈ ਕਿ ਅੜਬ ਜਿਹਾ ਹੋਏਗਾ, ਲੇਕਿਨ ਪਲੀਜ਼ ਥੋੜਾ ਜਿਹਾ ਐਲੈਬੋਰੇਟ ਕਰੋ ਕਿ ਕਿਰਦਾਰ ਕਿਸ ਤਰ੍ਹਾਂ ਦਾ ਵੇਖਣ ਨੂੰ ਮਿਲੇਗਾ। ਗਿੱਪੀ ਮੇਰਾ ਛੋਟਾ ਭਰਾ ਹੈ, ਉਦਾਂ ਕਦੀ ਇਹਨੇ ਪੈਰੀਂ ਹੱਥ ਲਾਇਆ ਨਹੀਂ, ਮੈਂ ਫਿਲਮ ਚ ਲਵਾ ਲਿਆ। ਪਰ ਦੇਖੋ ਫਿਲਮ ਦੇ ਵਿੱਚ ਵੀ ਜਿਹੜਾ ਕਰੈਕਟਰ ਹੈ ਨਾ ਕਿਰਦਾਰੀ ਦਾ, ਉੱਥੇ ਜਾ ਕੇ ਮੈਨੂੰ ਉਹ ਚੀਜ਼ ਯਾਦ ਆਉਂਦੀ ਜਦੋਂ ਇੱਕ ਗੁਰਬਾਣੀ ਦਾ ਕੋਟ ਹੈ, ਉਹ ਜ਼ਿੰਦਗੀ 'ਚ ਚੀਜ਼ਾਂ ਸਾਡੇ ਬਹੁਤ ਕੰਮ ਆਉਂਦੀਆਂ। ਫਿਲਮ ਵੀ ਇੱਕ ਜ਼ਰੀਆ ਹੁੰਦਾ ਲੋਕਾਂ ਨੂੰ ਮੈਸੇਜ ਦੇਣ ਦਾ। ਗੁਰਬਾਣੀ ਦਾ ਕੋਟ ਹੈ ਕਿ ਨਿਵੇਂ ਸੋ ਗੌਰਾ ਹੋਏ, ਜਿਹਨੂੰ ਝੁਕਣਾ ਆ ਗਿਆ, ਜਿਹਨੂੰ ਲਿਖਣਾ ਆ ਗਿਆ, ਜਿਹਨੂੰ ਝੁਕ ਕੇ ਚੱਲਣਾ ਆ ਗਿਆ, ਉਹੀ ਜ਼ਿੰਦਗੀ ਦੇ ਘੋੜੇ ਤੇ ਸ਼ਾਹ ਸਵਾਰ ਬਣ ਕੇ ਸਫ਼ਰ ਕਰ ਸਕਦਾ ਹੈ। ਉਹ ਕਰੈਕਟਰ ਜਿਹੜਾ ਨਾ ਗਿਰਧਾਰੀ ਲਾਲ, ਬੜਾ ਜਿੱਦਾਂ ਦੱਸਿਆ ਬੁੱਗ ਜਿਹਾ ਕਰੈਕਟਰ ਪੋਰਟਰੇ ਕੀਤਾ ਉਹਨੂੰ ਫਿਲਮ ਦੇ ਵਿੱਚ। ਬੜਾ ਸਿੰਪਲ ਸਧਾਰਨ ਪਿੰਡ ਦਾ ਇੱਕ ਅਲੜ ਜਿਹਾ ਨੌਜਵਾਨ, ਬਟ ਇੱਕ ਮੋਮੈਂਟ ਤੇ ਜਾ ਕੇ ਜਿਹੜੀ ਉਹਦੀ ਮਨਾਂ ਨੂੰ ਹੀ ਸੈਲਫ ਰਿਸਪੈਕਟ ਅੰਦਰ ਦਿਸਦੀ ਹੈ ਨਾ, ਉਹ ਬਹੁਤ ਵੱਡੀ ਚੀਜ਼। ਉਸ ਇੱਕ ਪਾਰਟਿਕੂਲਰ ਸੀਨ 'ਚ ਪਤਾ ਲੱਗਦਾ ਕਿ ਅੰਦਰੋਂ ਹਰ ਬੰਦਾ ਉਹ ਸਮਾਜ ਦੇ ਕਿਸੇ ਵੀ ਪਹਿਲੂ ਤੇ ਹੋਵੇ, ਕਿਸੇ ਮਕਾਮ ਤੇ ਖੜਾ ਹੋਵੇ, ਉਹ ਫਰਸ਼ ਤੇ ਹੈ, ਉਹ ਅਰਸ਼ ਤੇ ਹੈ, ਪਰ ਹਰ ਬੰਦੇ ਦੇ ਅੰਦਰ ਇੱਕ ਚੀਜ਼ ਜ਼ਰੂਰ ਜ਼ਿੰਦਾ ਹੁੰਦੀ ਹੈ, ਉਹ ਹੁੰਦੀ ਸੈਲਫ ਰਿਸਪੈਕਟ। ਉਹ ਕਦੇ ਉਹਨੂੰ ਸਾਬਤ ਕਰ ਪਾਉਂਦਾ ਹੈ, ਕਦੇ ਨਹੀਂ, ਕਦੇ ਬਾਹਰ ਪ੍ਰੂਵ ਕਰ ਪਾਉਂਦਾ, ਕਦੇ ਨਹੀਂ ਕਰ ਪਾਉਂਦਾ, ਪਰ ਉਹ ਇੱਕ ਹਰ ਬੰਦੇ ਦੇ ਅੰਦਰ ਹੁੰਦੀ ਹੈ। ਦੁਨੀਆ ਦੇ ਹਰ ਜ਼ਿੰਦਾ ਇਨਸਾਨ 'ਚ ਇੱਕ ਸੈਲਫ ਰਿਸਪੈਕਟ ਹੁੰਦੀ ਹੈ। ਉਸ ਪਾਰਟਿਕੂਲਰ ਸੀਨ ਦੇ ਵਿੱਚ ਉਹ ਜਿਹੜੀ ਸੈਲਫ ਰਿਸਪੈਕਟ ਕਿਰਦਾਰੀ ਦੀ ਜਾਗਦੀ ਹੈ ਔਰ ਉਹ ਰਿਵੋਲਟ ਕਰਨਾ ਚਾਹੁੰਦਾ ਹੈ, ਪਰ ਫਿਰ ਆਪਣੇ ਪਰਿਵਾਰ ਦੀ ਖਾਤਰ, ਆਪਣੀ ਭੈਣ ਦੀ ਖਾਤਰ, ਆਪਣੇ ਜੀਆਂ ਦੀ ਖਾਤਰ, ਆਪਣੇ ਘਰ ਦੀ ਇੱਜ਼ਤ ਦੀ ਖਾਤਰ ਉਹ ਜਦੋਂ ਝੁਕਦਾ ਹੈ ਨਾ, ਮੇਰੇ ਖਿਆਲ ਨਾਲ ਦੈਟ ਵੁੱਡ ਬੀ ਦਾ ਬੈਸਟ ਮੂਮੈਂਟ ਆਫ ਦਾ ਮੂਵੀ, ਜਦੋਂ ਉਹ ਜਿਹੜਾ ਸੀਨ ਤੁਸੀਂ ਉਹਨੇ ਦੇ ਵਿੱਚ ਦੇਖਿਆ ਸੀ। ਸੋ ਗਿਰਧਾਰੀ ਲਾਲ ਇੱਕ ਕੋਈ ਬੁੱਗ ਕਰੈਕਟਰ ਨਹੀਂ ਹੈ, ਉਹ ਸਮਾਜ ਦੇ ਇੱਕ ਸਾਦੇ ਦੇਸੀ ਇਨਸਾਨ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਅਸੀਂ ਇੱਕ ਆਮ ਸਧਾਰਨ ਇਨਸਾਨ ਨੂੰ ਜ਼ਿੰਦਗੀ 'ਚ ਕਿਵੇਂ ਲੈਂਦੇ ਹਾਂ, ਜਦ ਤੱਕ ਉਹ ਆਪਣੀ ਕੋਈ ਖੂਬੀ ਸਾਬਤ ਨਾ ਕਰ ਦੇਵੇ ਜਾਂ ਜਦ ਤੱਕ ਆਪਣੇ ਆਪ ਨੂੰ ਤੁਹਾਡੇ ਤੋਂ ਵੱਡਾ ਨਾ ਸਾਬਤ ਕਰ ਦੇਵੇ, ਅਸੀਂ ਉਦੋਂ ਤੱਕ ਉਹਨੂੰ ਵੱਡਾ ਹੀ ਨਹੀਂ ਸਮਝਦੇ। ਸਾਡੀ ਪ੍ਰੋਬਲਮ ਹੀ ਇਹ ਹੈ, ਅਸੀਂ ਵੱਡਾ ਹੀ ਉਹਨੂੰ ਸਮਝਦੇ ਜਿਹੜਾ ਸਾਡੀ ਧੌਣ ਤੇ ਗੋਡਾ ਰੱਖ ਲੈਂਦਾ। ਜਿਹੜਾ ਬੰਦਾ ਸ਼ਰੀਫ ਹੈ ਅਸੀਂ ਉਹਨੂੰ ਸਮਝਦੇ ਕਿ ਇਹ ਬੁੱਗ ਹੈ। ਸੋ ਇਹ ਉਸ ਕਰੈਕਟਰ ਦੀ ਰਿਪਰੈਜ਼ੈਂਟੇਸ਼ਨ ਹੈ ਗਿਰਧਾਰੀ ਲਾਲ। ਗਿਰਧਾਰੀ ਲਾਲ ਇੱਕ ਸਿੱਧੀ ਸਾਦੀ ਜ਼ਿੰਦਗੀ ਜੀਣ ਦਾ ਸ਼ੌਕੀਨ ਆਦਮੀ ਹੈ, ਜਿਹਦੀਆਂ ਸਦਰਾਂ ਚਾਹ ਸਾਰੇ ਅੰਦਰ ਹੈਗੇ ਨੇ, ਪਰ ਉਹ ਮਲੰਗ ਹੈ, ਮੌਲਾ ਫਕੀਰ ਆਦਮੀ ਹੈ। ਸੋ ਉਸ ਕਰੈਕਟਰ ਨੂੰ ਗਿੱਪੀ ਨੇ ਇੰਨਾ ਸੋਹਣਾ ਪੋਰਟਰੇ ਕੀਤਾ, ਇਹਦੇ ਵਿੱਚ ਇੰਨਾ ਸੋਹਣਾ ਪਰਫਾਰਮ ਕੀਤਾ। ਮੈਂ ਕਿਉਂਕਿ ਅਸੀਂ ਡੇ 1 ਤੋਂ ਇਕੱਠੇ ਕੰਮ ਕਰ ਰਹੇ ਹਾਂ, ਮੈਂ ਗਿੱਪੀ ਦੇ ਇਹਦੀ ਗਰੋਥ ਨੂੰ ਦੇਖਿਆ, ਜਿੱਦਾਂ ਜਿੱਦਾਂ ਇਹਨੇ ਆਪਣੇ ਆਪ ਨੂੰ ਗਰੂਮ ਕੀਤਾ, ਜਿੱਦਾਂ ਜਿੱਦਾਂ ਆਪਣੇ ਆਪ ਨੂੰ ਇਹਨਾਂ ਨੇ ਨਿਖਾਰਿਆ ਸਾਡੀਆਂ ਫਿਲਮਾਂ ਦੇ ਵਿੱਚ ਪਰਫਾਰਮੈਂਸਿਸ। ਇਹ ਮੇਰੇ ਖਿਆਲ ਨਾਲ ਗਿੱਪੀ ਦਾ ਨੈਕਸਟ ਲੈਵਲ ਹੋਏਗਾ ਪਰਫਾਰਮੈਂਸ ਦਾ, ਕਿਉਂਕਿ ਮੈਂ ਐਕਟਰ ਹਾਂ, ਮੈਂ ਸਟੇਜ ਕੀਤੀ, ਮੈਂ ਥੀਏਟਰ ਕੀਤਾ, ਫਿਲਮਾਂ ਇੰਨੀਆਂ ਕੀਤੀਆਂ। ਮੈਂ ਤੇ ਕਰਮਜੀਤ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਤੁਹਾਨੂੰ ਇਹ ਕਰੈਕਟਰ ਕਰਨ ਵਾਸਤੇ ਗਿੱਪੀ ਤੋਂ ਬਾਹਰ ਆਉਣਾ ਪਏਗਾ, ਉਸ ਸ਼ੈਲ ਚੋਂ ਬਾਹਰ ਨਿਕਲ ਕੇ ਪਰਫਾਰਮ ਕਰਨਾ ਪਏਗਾ, which he did so well। ਇੱਕ ਵਾਰੀ ਤਾਲੀਆਂ ਗਿੱਪੀ ਹੋਣਾ ਵਾਸਤੇ, ਕਿਉਂਕਿ ਐਕਟਰ ਇਸ ਚੀਜ਼ ਦੇ ਫਰਕ ਨੂੰ ਸਮਝ ਸਕਦਾ ਹੈ ਕਿ ਜਦੋਂ ਮੈਂ ਨਾ ਲੱਗਾ ਉਹ ਕਰੈਕਟਰ ਲੱਗੇ। ਮੋਸਟਲੀ ਫਿਲਮਾਂ ਦੇ ਵਿੱਚ ਹੀਰੋ ਉਹੀ ਲੱਗਦਾ ਹੁੰਦਾ ਜੋ ਉਹਦਾ ਨਾਮ ਹੁੰਦਾ ਹੈ, ਗਿੱਪੀ ਗਰੇਵਾਲ ਤਾਂ ਗਿੱਪੀ ਗਰੇਵਾਲ ਹੈ, ਦਿਲਜੀਤ ਹੈ ਦਿਲਜੀਤ ਹੈ, ਪਰ ਕੁਝ ਕਰੈਕਟਰ ਐਸੇ ਆਉਂਦੇ ਨੇ ਜਦੋਂ ਤੁਹਾਨੂੰ ਆਪਣੇ ਚੋਂ ਬਾਹਰ ਨਿਕਲ ਕੇ ਪਰਫਾਰਮ ਕਰਨੇ ਪੈਂਦੇ ਆ, ਔਰ ਗਿੱਪੀ ਨੇ ਉਹ ਕੀਤਾ। ਮੈਂ ਬਹੁਤ ਬਹੁਤ ਮੁਬਾਰਕ ਦੇਣਾ ਔਰ ਗੁੱਡ ਵਿਸ਼ੇਸ ਦੇਣਾ ਗਿੱਪੀ ਉਹਨਾਂ ਨੂੰ ਫਿਊਚਰ ਵਾਸਤੇ। ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਤੇ ਕਰਮਜੀਤ ਅਨਮੋਲ ਸਰ ਸਾਡੇ ਨਾਲ ਮੌਜੂਦ ਨੇ। ਅਸੀਂ ਹੁਣੇ ਇੰਸਟਾਗ੍ਰਾਮ ਤੇ ਇੱਕ ਰੀਲ ਵੇਖੀ ਸੀ ਤੁਸੀਂ ਜਿਹੜੇ ਬਣਾ ਰਹੇ ਸੀ ਰਾਜ ਧਾਲੀਵਾਲ ਮੈਮ ਦੇ ਨਾਲ, ਤੇ ਗਿੱਪੀ ਸਰ ਉੱਥੇ ਵੀ ਦੱਸ ਰਹੇ ਸੀ ਕਿ ਇਸ ਤਰ੍ਹਾਂ ਆਪਾਂ ਇਹਨੂੰ ਹੋਰ ਇੰਪਰੋਵਾਈਜ਼ ਕਰ ਸਕਦੇ ਹਾਂ। ਤਾਂ ਤੁਹਾਡੀ ਬੌਂਡਿੰਗ ਜਿਹੜੀ ਹੈ ਨਾ ਹਮੇਸ਼ਾ ਆਫਸੈਟ ਔਨਸੈਟ ਵੇਖਣ ਮਿਲਦੀ ਹੈ। ਤੇ ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਕਰਮਜੀਤ ਅਨਮੋਲ, ਇਹ ਤਿੰਨ ਨਾਮ ਜਦੋਂ ਕਿਸੇ ਫਿਲਮ ਦੇ ਨਾਲ ਜੁੜ ਜਾਣਾ ਤਾਂ ਤਿਆਰ ਹੁੰਦੇ ਲੋਕ ਕਿ ਜਦੋਂ ਅਸੀਂ ਥੀਏਟਰ ਤੋਂ ਬਾਅਦ ਆਵਾਂਗੇ ਲਾਲ ਹੋ ਕੇ ਸਾਡੀ ਗੱਲਾਂ ਹੱਸ ਹੱਸ ਕੇ ਜਿਹੜਾ ਮੂੰਹ ਦੁੱਖ ਰਿਹਾ ਹੋਣਾ। ਸੋ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਹਿੰਦਾ ਹਰ ਵਾਰ ਸੈਟਿੰਗ ਤੇ ਇਸ ਵਾਰ ਕੀ ਵੱਖਰਾ ਸੀਗਾ? ਬਹੁਤ ਵਧੀਆ ਰਹਿੰਦਾ ਜੀ ਹਮੇਸ਼ਾ। ਹਾਂ ਵਧੀਆ ਦੇਖੋ, ਇਹ ਬੰਦਾ ਬਦਨਾਮ ਕਰਨ ਤੇ ਰਹਿੰਦਾ ਹਰ ਇੱਕ ਨੂੰ। ਔਰ ਅਸੀਂ ਅੱਜ ਤੋਂ ਨਹੀਂ, ਫਿਲਮਾਂ ਬਣਾਉਣ ਤੋਂ ਪਹਿਲਾਂ ਵੀ ਅਸੀਂ ਕਾਫੀ ਇਕੱਠੇ ਰਹੇ ਹਾਂ। ਭਾਜੀ ਉਹਨਾਂ ਨੂੰ ਦੇ ਨਾਲ ਵੀ ਕੰਮ ਕੀਤਾ, ਇਹਨਾਂ ਦੀ ਰਹਿਨੁਮਾਈ ਹੇਠ ਵੀ ਕੰਮ ਕੀਤਾ।
ਜਦੋਂ ਅਸੀਂ ਹੱਸਦੇ ਸੌਂਦੇ ਰੋਕ ਕਰਦੇ ਸੀ, ਬਹੁਤ ਕੁਝ ਸਿੱਖਿਆ ਭਾਜੀ ਉਹਨਾਂ ਤੋਂ। ਸੋ ਮਾੜੀ ਜਿਹੀ ਵੀ ਕੋਈ ਪਰਫਾਰਮੈਂਸ ਦੇ ਵਿੱਚ ਕੋਈ ਢਿੱਲ ਹੁੰਦੀ ਸੀ ਤਾਂ ਬੜੇ ਬਖੂਬੀ ਤਰੀਕੇ ਦੇ ਨਾਲ ਉਹਨਾਂ ਨੂੰ ਦੱਸਦੇ ਸੀ ਕਿ ਵੀ ਇਹਨੂੰ ਥੋੜਾ ਹੋਰ ਠੀਕ ਕਰ ਸਕਦੇ ਹੋ। ਔਰ ਬਾਕੀ ਜਦੋਂ ਦੇ ਫਿਲਮਾਂ 'ਚ ਆਏ ਅਸੀਂ ਇਕੱਠੇ ਹੀ ਹਾਂ ਔਰ ਬਹੁਤ ਵਧੀਆ ਇੱਕ ਦੂਜੇ ਨੂੰ ਕੰਪਲੀਮੈਂਟ ਵੀ ਕਰਦੇ ਹਾਂ। ਸੋ ਕਈ ਫਿਲਮਾਂ ਨੇ ਜਿਹੜੀਆਂ ਬਹੁਤ ਆਊਟ ਐਂਡ ਆਊਟ ਕਾਮੇਡੀ ਹੈ, ਸੋ ਇਹ ਫਿਲਮ ਵੀ ਉਹਨਾਂ 'ਚੋਂ ਇੱਕ ਹੈ। ਔਰ ਇਹਦੇ ਵਿੱਚ ਇਹ ਹੈ ਕਿ ਜਿਵੇਂ ਭਾਜੀ ਨੇ ਕਿਹਾ ਕਿ ਗਿੱਪੀ ਨਹੀਂ ਲੱਗਦਾ, ਗਿੱਪੀ ਉਹ ਗਿਰਧਾਰੀ ਲਾਲ ਹੀ ਲੱਗਦਾ ਔਰ ਬਹੁਤ ਸੋਹਣਾ ਪਰਫਾਰਮ ਕੀਤਾ ਔਰ ਪੂਰੀ ਟੀਮ ਦੀ ਐਫਰਟ ਹੈ। ਤਾਸ਼ ਦੇ ਪੱਤੇ 52 ਹੁੰਦੇ ਤੇ 52 ਹੀ ਕਲਾਕਾਰ ਹੈ ਇਹਦੇ 'ਚ। ਸੋ ਸਾਰੇ ਕਲਾਕਾਰ ਮੰਝੇ ਹੋਏ ਕਲਾਕਾਰ ਨੇ ਸਾਰੇ। ਬੋਲੀ ਦਾ ਹਾਸਾ ਦੇਖੋਗੇ ਤੁਸੀਂ ਇਹਦੇ 'ਚ ਅਜੀਬ ਕਿਸਮ ਦਾ ਬੜਾ ਹਾਸਾ ਹੋਊਗਾ, ਉਹ ਹੱਸਦੇ ਤੋਂ। ਬਾਕੀ ਸਾਰੀਆਂ ਹੀਰੋਇਨਾਂ ਬੈਠੀਆਂ, ਇੱਕ ਹੀਰੋਇਨ ਮੇਰੇ ਹਿੱਸੇ ਵੀ ਆਈ ਹੋਈ ਹੈ, ਨਾਲ ਹੀ ਬਿਠਾਈ ਅੱਜ। ਸੋ ਬਹੁਤ ਵਧੀਆ ਫਿਲਮ ਹੈ ਜੀ, ਜਦੋਂ ਦੇਖੋਗੇ ਤੁਹਾਨੂੰ ਬਹੁਤ ਮਜ਼ਾ ਆਊਗਾ। ਥੈਂਕ ਯੂ ਜੀ। ਸਾਰੇ ਇੰਤਜ਼ਾਰ ਕਰ ਰਹੇ ਨੇ 17 ਦਸੰਬਰ ਦਾ ਜਦੋਂ ਫਿਲਮ ਹੋਏਗੀ ਰਿਲੀਜ਼, ਤੇ ਸਾਡੇ ਨਾਲ ਅਕਸ਼ਿਤਾ ਮੈਮ ਵੀ ਮੌਜੂਦ ਨੇ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਕਰਮਜੀਤ ਸਰ ਦੀ ਵਾਈਫ ਦਾ ਕਿਰਦਾਰ ਨਿਭਾਇਆ। ਨਾਰਮਲੀ ਸੈੱਟ ਤੇ ਜਦੋਂ ਇੰਨਾ ਸਾਰਾ ਹਾਸਾ ਪੈ ਰਿਹਾ ਹੋਵੇ ਤਾਂ ਕੋਈ ਸੀਰੀਅਸ ਸੀਨ ਦੇਣਾ ਵੀ ਔਖਾ ਹੋ ਜਾਂਦਾ ਹੈ, ਲੇਕਿਨ ਜਦੋਂ ਤੁਸੀਂ ਕੋਈ ਵੀ ਸੀਨ ਕਰਦੇ ਸੀ ਤਾਂ ਕੀ ਹੁੰਦਾ ਸੀ? ਮਤਲਬ ਆਸ-ਪਾਸ ਜਿਹੜੇ ਹੈਗੇ ਨੇ ਪਹਿਲਾਂ ਤਾਂ ਭਾਈ ਥੋੜਾ ਨਾਰਮਲ ਮਾਹੌਲ ਕਰੋ, ਉਸ ਤੋਂ ਬਾਅਦ ਮੈਂ ਸੀਨ ਕਰਨਾ, ਕਿਉਂਕਿ ਨਾਰਮਲ ਹੁੰਦਾ ਕਿ ਜਦੋਂ ਸੈੱਟ ਤੇ ਕਹਿੰਦੇ ਅਗਰ ਕਰਮਜੀਤ ਅਨਮੋਲ ਭਾਜੀ ਨਾਲ ਲੈਣਾ ਸੀਨ ਕਰਨਾ ਔਖਾ ਰਹਿਣਾ, ਉਹਨਾਂ ਨੇ ਹਸਾਉਂਦੇ ਰਹਿਣਾ, ਗੁਰਪ੍ਰੀਤ ਘੁੱਗੀ ਨਾਲ ਉਹਨਾਂ ਨੇ ਹਸਾਉਂਦੇ ਰਹਿਣਾ। ਸੋ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਆਫ ਸੈਟ? ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਹਸਾਉਂਦੇ ਤਾਂ ਰਹਿੰਦੇ ਆ, ਇਹ ਹੁਣੇ ਵੀ ਹਸਾਉਂਦੇ ਰਹਿੰਦੇ ਆ, ਸੈੱਟ ਤੇ ਵੀ ਹਸਾਉਂਦੇ ਰਹਿੰਦੇ ਆ, ਬਟ ਜਦੋਂ ਕੈਮਰਾ ਰੋਲ ਹੋ ਜਾਂਦਾ, ਐਕਸ਼ਨ ਹੋ ਜਾਂਦਾ, ਸਾਰੇ ਆਪਣੇ ਕਰੈਕਟਰ 'ਚ ਪਹੁੰਚ ਜਾਂਦੇ ਨੇ ਤੇ ਜੋ ਅਸੀਂ ਕਰਨਾ ਹੈ ਉਹ ਅਸੀਂ ਕਰਦੇ ਹਾਂ। ਹੱਸਦਾ ਖੇਡਾ ਆਫ ਕੈਮਰਾ ਅਸੀਂ ਚੱਲਦਾ ਰਹਿੰਦਾ। ਤੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਸੀਗਾ। ਮੇਰੀ ਫਰਸਟ ਫਿਲਮ ਹੈ ਹੰਬਲ ਪਿਕਚਰਸ ਨਾਲ, ਤੇ ਥੋੜਾ ਜਿਹਾ ਡਰ ਮੈਨੂੰ ਵੀ ਸੀਗਾ ਕਿਉਂਕਿ ਬਹੁਤ ਵੱਡਾ ਨਾਮ ਹੈ, ਫਰਸਟ ਟਾਈਮ ਮੈਂ ਕੰਮ ਕਰ ਰਹੀ ਸੀ। ਤੇ ਬਟ ਇੰਨਾ ਫੈਮਿਲੀਅਰ ਮਾਹੌਲ ਸੀਗਾ, ਸਾਰਿਆਂ ਨੇ, ਗਿੱਪੀ ਸਰ, ਸਾਰੀ ਇਹਨਾਂ ਦੀ ਟੀਮ, ਸਾਰਿਆਂ ਨੇ ਇੰਨਾ ਮਤਲਬ ਸਾਥ ਦਿੱਤਾ, ਕੋਆਪਰੇਟ ਕੀਤਾ। ਕਦੇ ਵੀ ਕੋਈ ਪ੍ਰੋਬਲਮ ਆਉਂਦੀ ਸੀ ਕੋਆਪਰੇਟ ਕਰਦੇ ਸੀਗੇ। ਤੇ ਸੈੱਟ ਤੇ ਸਾਨੂੰ ਸੀਰੀਅਸਲੀ ਪਤਾ ਨਹੀਂ ਲੱਗਿਆ ਕਦੋਂ ਸ਼ੂਟ ਖਤਮ ਹੋ ਗਈ ਹੈ। ਤੇ ਇਹ ਮੂਵੀ ਦਾ ਮੈਂ ਜਿਹੜਾ ਐਕਸਪੀਰੀਅੰਸ ਕੀਤਾ, ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਕਈ ਵਾਰ ਅਸੀਂ ਕਈ ਛੋਟਾ ਬੰਦਾ ਹੁੰਦਾ ਹੈ, ਅਸੀਂ ਉਹਦੀ ਨਾ ਗੱਲ ਇੰਨੀ ਸੀਰੀਅਸ ਲੈਂਦੇ ਨਹੀਂ ਆ, ਅਸੀਂ ਸੋਚਦੇ ਨਹੀਂ ਹੈ ਕਿ ਉਹ ਕੋਈ ਚੰਗੀ ਗੱਲ ਕਹਿ ਸਕਦਾ ਹੈ ਜਾਂ ਚੰਗੀ ਗੱਲ ਬੋਲ ਸਕਦਾ ਹੈ। ਬਟ ਕਿਸੇ ਨੂੰ ਵੀ ਛੋਟਾ ਨਹੀਂ ਸਮਝਣਾ ਚਾਹੀਦਾ, ਕਿਸੇ ਨੂੰ ਮਤਲਬ ਉਹਦੇ ਧਿਆਨ ਦੇਣਾ ਚਾਹੀਦਾ ਉਹਦੀ ਗੱਲ 'ਚ। ਕਈ ਵਾਰ ਛੋਟਾ ਬੰਦਾ ਵੀ ਕੋਈ ਇੱਦਾਂ ਦੀ ਗੱਲ ਕਹਿ ਜਾਂਦਾ ਜਿਹੜੀ ਤੁਹਾਨੂੰ ਬਹੁਤ ਕੁਝ ਸਿਖਾ ਜਾਂਦੀ ਹੈ, ਤੁਹਾਡੇ ਦਿਲ 'ਚ ਲੱਗ ਜਾਂਦੀ ਹੈ। ਤੇ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਮੂਵੀ 'ਚੋਂ ਇਹੀ ਮੈਸੇਜ ਮਿਲੂਗਾ ਕਿ ਕਿਸੇ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਥੈਂਕ ਯੂ। ਥੈਂਕ ਯੂ ਸੋ ਮਚ। ਪਾਨਾ ਸਰ ਵੀ ਸਾਡੇ ਨਾਲ ਮੌਜੂਦ ਨੇ। ਹੰਬਲ ਮੋਸ਼ਨ ਪਿਕਚਰਸ, ਜਿਸ ਤਰ੍ਹਾਂ ਮੈਮ ਨੇ ਦੱਸਿਆ ਕਿ ਇੱਕ ਵੱਡਾ ਨਾਮ ਹੈ, ਹਰ ਕਿਸੇ ਨੂੰ ਸੁਪਨਾ ਹੁੰਦਾ ਕਿ ਅਸੀਂ ਇਸ ਬ੍ਰਾਂਡ ਦੇ ਨਾਲ ਜੁੜੀਏ, ਕੋਈ ਛੋਟਾ-ਮੋਟਾ ਕਿਰਦਾਰ ਹੀ ਕਰ ਲਈਏ, ਲੇਕਿਨ ਤੁਸੀਂ ਇੱਕ ਹੀ ਫਿਲਮ ਦੇ ਵਿੱਚ ਇੰਨੇ ਸਟਾਰਸ ਜਿਹੜੇ ਨੇ ਉਹ ਐਡ ਆਨ ਕੀਤੇ ਨੇ ਤੇ ਐਡੀ ਵੱਡੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲਿੱਤੀ ਹੈ। ਸੋ ਹੁਣ ਫਾਈਨਲੀ ਫਿਲਮ ਖਤਮ ਹੋ ਚੁੱਕੀ, ਹੁਣ ਤੁਸੀਂ ਆਪਣਾ ਐਕਸਪੀਰੀਅੰਸ ਦੱਸ ਸਕਦੇ ਹੋ, ਕਿੰਨਾ ਦੁਖੀ ਕੀਤਾ, ਕਿੰਨਾ ਸੁਖੀ ਕੀਤਾ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੀ ਆਇਆਂ ਨੂੰ ਹੰਬਲ ਮੋਸ਼ਨ ਪਿਕਚਰ ਤੇ ਹੰਬਲ ਮਿਊਜ਼ੀਕਲ ਵੱਲੋਂ ਤੁਹਾਨੂੰ ਸਾਰਿਆਂ ਨੂੰ। ਜਿੱਦਾਂ ਕਿ ਤੁਸੀਂ ਹਮੇਸ਼ਾ ਸਾਡੀਆਂ ਫਿਲਮਾਂ ਨੂੰ ਪਿਆਰ ਦਿੰਦੇ ਆ, ਉਮੀਦ ਹੈ ਕਿ ਇਹਨੂੰ ਵੀ ਇੱਦਾਂ ਦੇਵਾਂਗੇ। ਤਾਂ ਮੇਰੇ ਹਿੱਸੇ ਦਾ ਇਹਦੇ ਵਿੱਚ ਭੰਗੜਾ ਪਾਉਣ ਦਾ ਰੋਲ ਆਇਆ ਜੀ, ਉਹ ਤੁਸੀਂ ਦੇਖ ਲਿਓ ਥੀਏਟਰ 'ਤੇ ਜਾ ਕੇ ਮੈਂ ਕਿੰਨਾ ਵਧੀਆ ਭੰਗੜਾ ਪਾਉਣਾ ਹੈ। ਥੈਂਕ ਯੂ ਤੁਹਾਡਾ ਸਾਰਿਆਂ ਦਾ ਜੀ। ਥੈਂਕ ਯੂ ਸੋ ਮਚ ਸਰ। ਸਾਨੂੰ ਵੀ ਖੁਸ਼ੀ ਹੈ ਕਿ ਹੁਣ ਫਾਈਨਲੀ ਅਸੀਂ ਤੁਹਾਨੂੰ ਸਕਰੀਨ ਤੇ ਵੀ ਵੇਖਾਂਗੇ। ਕਈ ਵਾਰ ਨਾ ਛੋਟੇ-ਮੋਟੇ ਰੋਲ ਹੀ ਕਾਪੀ ਹੋ ਜਾਂਦੇ, ਹੁਣ ਪਤਾ ਲੱਗੇ ਹਰ ਵਿਆਹ 'ਚ ਉੱਦਾਂ ਦਾ ਹੀ ਭੰਗੜਾ ਪੈ ਰਿਹਾ, ਫਿਰ ਤੁਹਾਨੂੰ ਅੱਗੇ ਫਿਰ ਉੱਦਾਂ ਦਾ ਭੰਗੜਾ ਪਾਉਣਾ ਪਏਗਾ ਅਗਲੀ ਫਿਲਮ 'ਚ। ਸੋ ਸਾਡੀ ਬਿਊਟੀਫੁਲ ਐਕਟਰੈਸ ਸਾਡੇ ਨਾਲ ਮੌਜੂਦ ਨੇ, ਸਾਰਾ ਗੁਰਪਾਲ ਜੀ। ਅਸੀਂ ਮੇਕਿੰਗ ਦੇ ਵਿੱਚ ਵੀ ਵੇਖਿਆ, ਤੁਸੀਂ ਦੱਸ ਰਹੇ ਹੋ ਆਪਣੇ ਕਿਰਦਾਰ ਬਾਰੇ। ਨਾਰਮਲੀ ਹੁੰਦਾ ਹੈ ਕਿ ਫਿਲਮ ਦੇ ਵਿੱਚ ਇੱਕ ਹੀਰੋਇਨ ਹੁੰਦੀ ਹੈ ਤੇ ਅਸੀਂ ਡਿਸਾਈਡ ਕਰ ਲੈਂਦੇ ਹਾਂ ਮਾਡਰਨ ਹੋਏਗੀ ਜਾਂ ਪੇਂਡੂ ਹੋਏਗੀ ਜਾਂ ਇਸ ਤਰ੍ਹਾਂ ਚਲਾਕ ਹੋਏਗੀ, ਭੋਲੀ ਹੋਏਗੀ, ਲੇਕਿਨ ਤੁਹਾਨੂੰ ਜਦੋਂ ਇਸ ਕੈਰੈਕਟਰ ਦੀ ਡਿਸਕ੍ਰਿਪਸ਼ਨ ਦਿੱਤੀ ਗਈ ਸੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੀ ਦੱਸਿਆ ਗਿਆ ਸੀ ਤੁਹਾਡਾ ਕਿਰਦਾਰ ਕਿਸ ਤਰ੍ਹਾਂ ਦਾ ਹੋਏਗਾ? ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ एवरीवन ਫॉर ਕਮਿੰਗ। ਜਦੋਂ ਮੈਨੂੰ ਇਸ ਕੈਰੈਕਟਰ ਬਾਰੇ ਜਾਂ ਫਿਲਮ ਬਾਰੇ ਜਦੋਂ ਮੇਰੇ ਫੋਨ ਆਇਆ ਤੇ ਗੱਲ ਹੋਈ, ਪਹਿਲੀ ਗੱਲ ਮੈਂ ਕਦੇ ਸੋਚਦੀ ਨਹੀਂ ਜੇ ਮੈਂ ਹੰਬਲ ਨਾਲ ਕੰਮ ਕਰਨਾ, ਮੈਂ ਬਹੁਤ ਜ਼ਿਆਦਾ ਸੋਚ ਕੇ ਨਹੀਂ ਕਰਦੀ। ਮੈਂ ਦੂਜੀ ਵਾਰ ਕੰਮ ਕਰ ਰਹੀ ਹਾਂ। ਆਈ ਬਿਲੀਵ ਪੰਜਾਬ ਦੇ ਵਿੱਚ ਜੇ ਮੈਂ ਦੇਖਿਆ ਹੈ ਕਿ ਸਭ ਚੀਜ਼ ਟਾਈਮਲੀ ਆ, ਸਭ ਦੀ ਪ੍ਰੋਪਰ ਰਿਸਪੈਕਟ ਆ, ਸਭ ਦੇ ਟਾਈਮ ਦੇ ਰਿਸਪੈਕਟ ਆ, ਉਹ ਐਕਚੁਅਲੀ ਹੰਬਲ ਦੇ ਸੈੱਟ ਤੇ ਆ। ਕਿਸੇ ਦਾ ਬਿਲਕੁਲ ਟਾਈਮ ਵੇਸਟ ਨਹੀਂ ਹੁੰਦਾ। ਮੈਨੂੰ ਯਾਦ ਆ ਕਿ ਜੇ ਥੋੜਾ ਇੰਨਾ ਕੁ ਸੀਨ ਆ ਛੋਟਾ ਜਿਹਾ, ਇਹ ਨਹੀਂ ਕਿ ਤੁਸੀਂ ਥਰੂ ਆਊਟ ਬੈਠੇ ਹੋ, ਤੁਹਾਨੂੰ ਪਤਾ
ਕਿ ਮੈਂ ਗਿੱਪੀ ਸਰ ਹਮੇਸ਼ਾ ਦੱਸਦੇ ਰਹਿੰਦੇ ਆ ਕਿ ਇੰਨਾ ਹੀ ਆ, ਇਹਨੂੰ ਪਰਫੈਕਟ ਕਰਨਾ, ਬਸ ਇੰਨੀ ਕੁ ਚੀਜ਼ ਹੈ। ਸੋ ਹਰ ਕਿਸੇ ਦੇ ਟਾਈਮ ਨੂੰ ਰਿਸਪੈਕਟ ਕਰਨਾ, ਹਰ ਕਿਸੇ ਨੂੰ ਵੈਲਿਊ ਕਰਨਾ, ਹਰ ਆਰਟਿਸਟ ਨੂੰ ਵੈਲਿਊ ਕਰਨਾ, ਇਹ ਹੰਬਲ ਦੇ ਸੈੱਟ ਤੇ ਆ। ਸੋ ਵੈਨ ਐਵਰ ਕਦੇ ਵੀ ਆਈ ਥਿੰਕ ਮੰਜੂ ਬਿਸਤਰੀ ਮੈਂ ਜਦ ਕੀਤੀ ਸੀ, ਬਲਜੀਤ ਸਰ ਨੇ ਮੈਨੂੰ ਬੁਲਾਇਆ ਤੇ ਉਹਨਾਂ ਨੇ ਕਹਿਤਾ, ਮੈਂ ਕਿਹਾ ਸਰ ਤੁਸੀਂ ਕਹਿਤਾ, ਵੀ ਵਿਲ ਡੈਫੀਨਿਟਲੀ ਡੂ ਇਟ, ਤੇ ਜਿੰਨਾ ਵਧੀਆ ਅਸੀਂ ਕਰ ਸਕਦੇ ਹਾਂ ਕਰਾਂਗੇ। ਇਸ ਮੂਵੀ ਦੇ ਬਾਰੇ ਜਦੋਂ, ਕਿਉਂਕਿ ਦੇਵਰ ਸੋ ਮੈਨੀ ਹੀਰੋਇਨਸ ਤੇ ਬਹੁਤ ਸਟਾਰ ਕਾਸਟ ਬਹੁਤ ਉੱਦਾਂ ਸੀਗੀ, ਬਹੁਤ ਵੱਡੀ ਸੀਗੀ। ਸੋ ਮੈਂ ਇਸ ਚੀਜ਼ ਲਈ ਸ਼ੋਰ ਸੀ ਕਿ ਹਰ ਕਿਸੇ ਨੂੰ ਪ੍ਰੈਜ਼ੈਂਟ ਬਹੁਤ ਬਿਊਟੀਫੁਲ ਤਰੀਕੇ ਨਾਲ ਕੀਤਾ ਜਾਊਗਾ, ਜੋ ਕਿ ਕੀਤਾ ਗਿਆ। ਸੋ ਮੈਂ ਬਹੁਤ ਥੈਂਕਫੁਲ ਹਾਂ ਗਿੱਪੀ ਸਰ ਦਾ, ਹੰਬਲ ਮਿਊਜ਼ਿਕ, ਹੰਬਲ ਮੂਵੀਜ਼, ਹਰ ਕਿਸੇ ਦਾ, ਸਭ ਨੂੰ ਥੈਂਕ ਯੂ ਸੋ ਮਚ ਫॉर ਮੇਕਿੰਗ ਮੀ ਪਾਰਟ ਆਫ ਦਿਸ ਮੂਵੀ। ਥੈਂਕ ਯੂ ਜੀ ਜਦੋਂ ਵੀ ਗਿੱਪੀ ਸਰ ਦੀ ਤਾਰੀਫਾਂ ਹੁੰਦੀਆਂ ਨੇ ਤਾਂ ਸਾਰੇ ਇਹੀ ਕਹਿੰਦੇ ਨੇ, ਹੀ ਇਜ਼ ਵੈਰੀ ਹੰਬਲ, ਹੀ ਇਜ਼ ਵੈਰੀ ਹੰਬਲ, ਦੈਟਸ ਵਾਈ ਕੰਪਨੀ ਨੇਮ ਇਜ਼ ਹੰਬਲ। ਸੋ ਤਾਰੀਫ ਤਾਂ ਕਰਨੀ ਬਣਦੀ ਹੈ। ਤਨੂੰ ਗਰੇਵਾਲ ਮੈਮ ਜੀ ਸਾਡੇ ਨਾਲ ਮੌਜੂਦ ਨੇ। ਨਾਰਮਲੀ ਤਾਂ ਕੁਲਜੀਤਾ ਨੇ ਜਿਹੜਾ ਚਿੱਟਾ ਸੂਟ ਹੁਣ ਤੱਕ ਅਸੀਂ ਵੇਖਿਆ ਸਕਰੀਨ ਤੇ, ਲੇਕਿਨ ਕੁਲਜੀਤਾ ਦੀ ਮੁਸਕਾਨ ਉਹਨੂੰ ਬੜਾ ਕਲਰਫੁਲ ਬਣਾ ਰਹੀ ਹੈ। ਸੋ ਕੀ ਕਹਿਣਾ ਚਾਹੋਗੇ ਆਪਣੇ ਕਿਰਦਾਰ ਬਾਰੇ? First of all, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ and thank you so much for having us here today. ਇਹ ਮੇਰੀ ਪਹਿਲੀ ਫਿਲਮ ਆ, ਸੋ ਮੇਰੇ ਲਈ ਬਹੁਤ ਜ਼ਿਆਦਾ ਸਪੈਸ਼ਲ ਆ ਤੇ ਮੈਂ ਸਾਰਿਆਂ ਤੋਂ ਬਹੁਤ ਕੁਝ ਸਿੱਖਿਆ। ਸੋ ਮੇਰੇ ਲਈ ਤਾਂ ਇੱਕ ਬਹੁਤ ਵੱਡਾ ਲਰਨਿੰਗ ਐਕਸਪੀਰੀਅੰਸ ਸੀਗਾ ਓਵਰ ਐਨੀਥਿੰਗ। ਤੇ ਹਰ ਦਿਨ ਸੈੱਟ ਤੇ ਮੈਂ ਕੁਛ ਨਾ ਕੁਛ ਨਵਾਂ ਸਿੱਖਿਆ ਤੇ ਇੰਨੇ ਵੱਡੇ ਸਟਾਰ ਕਾਸਟ ਨਾਲ ਕੰਮ ਕੀਤਾ। ਤਾਂ ਸੋ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ। ਬਾਕੀ ਮੈਨੂੰ ਮੇਰਾ ਕੈਰੈਕਟਰ ਬਹੁਤ ਵਧੀਆ ਲੱਗਿਆ ਫਿਲਮ ਦੇ ਵਿੱਚ ਤੇ ਆਈ ਹੋਪ ਸਾਰੇ ਜਾਣੇ ਮੇਰੇ ਕੈਰੈਕਟਰ ਨੂੰ ਪਿਆਰ ਦੇਣਗੇ। ਤੇ ਸਾਰਿਆਂ ਲਈ ਬਹੁਤ ਜ਼ਿਆਦਾ ਸਪੈਸ਼ਲ ਫਿਲਮ ਆ ਇਨ देयर ਓਨ ਵੇ। ਸਾਰਿਆਂ ਦੇ ਲਈ ਇੱਕ ਇਟ ਵਾਸ ਅ ਪੋਜ਼ਿਟਿਵ ਚੈਲੰਜ ਫॉर एवरीबॉडी ਟੂ ਪਲੇ ਅ ਰੋਲ ਇਨ ਦਿਸ ਫਿਲਮ। ਸੋ ਯਾ ਬਹੁਤ ਹੀ ਅੱਛੀ ਫਿਲਮ ਆ ਤੇ ਸਾਰੇ ਜਾਣੇ ਜ਼ਰੂਰ ਦੇਖਣ ਜਾਇਓ ਦਸੰਬਰ 17 ਨੂੰ ਸ਼ਾਮਾਨੀ ਕੇ ਤਾਰੀ ਨਾਲ। ਥੈਂਕ ਯੂ। ਇਹਨੇ ਪਿਆਰ ਨਾਲ ਰਿਕੁਐਸਟ ਕੀਤੀ, ਮੈਨੂੰ ਲੱਗਦਾ ਇੱਕ ਦਿਨ ਪਹਿਲਾਂ ਹੀ ਨਾ ਪਹੁੰਚ ਜਾਣ ਕੁਲਜੀਤਾ ਨੂੰ ਵੇਖਣਾ। ਓਕੇ, ਸੋ ਰਘਵੀਰ ਬੋਲੀ ਜੀ ਵੀ ਸਾਡੇ ਨਾਲ ਮੌਜੂਦ ਨੇ। ਇਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਤੁਹਾਡਾ ਹਾਸਾ ਇਹਦੇ ਵਿੱਚ ਬੜਾ ਡਿਫਰੈਂਟ ਜਿਹਾ ਹੈ, ਉਹ ਹੁਣੇ ਰਿਵੀਲ ਕਰ ਸਕਦੇ ਹੋ ਜਾਂ ਅਸੀਂ ਸਸਪੈਂਸ 'ਚ ਹੀ ਰਹੀਏ ਫਿਲਹਾਲ? ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਸਾਰਿਆਂ ਨੂੰ ਜੀ ਆਇਆਂ ਨੂੰ। ਤਾਂ ਜਿਵੇਂ ਕਿ ਬਾਈ ਹੋਰਾਂ ਨੇ ਦੱਸਿਆ ਹੈਗਾ ਫਿਲਮ ਬਾਰੇ, ਕਰੈਕਟਰਾਂ ਬਾਰੇ, ਤਾਂ ਮੇਰਾ ਜਿਹੜਾ ਮੇਰੇ ਹਿੱਸੇ ਕਰੈਕਟਰ ਆਇਆ ਹੈਗਾ ਉਹ ਹੈਗਾ ਰੂੜੇ ਭੰਗੀ ਦਾ। 4 ਭਰਾ ਨੇ, ਸਭ ਤੋਂ ਛੋਟਾ ਹੈ। ਤਾਂ ਜਿੱਦਾਂ ਭੰਗੀਆਂ ਦਾ ਹੁੰਦਾ ਹੈਗਾ ਫਿਲਮਾਂ ਆਪਣਾ ਪਿੰਡਾਂ ਦੇ ਵਿੱਚ ਕਰੈਕਟਰ ਦੇਖਿਆ ਸੀ ਜਾਂ ਜਿੰਨਾ ਕੁ ਅਬਜ਼ਰਵ ਕਰਦੇ ਆ ਕਿ ਜੇ ਜਦੋਂ ਭੰਗ ਪੀ ਲੈਣ ਤਾਂ ਹੱਸਦੇ ਤਾਂ ਹੱਸੀ ਜਾਂਦੇ ਆ, ਰੋਂਦੇ ਆ ਰੋਈ ਜਾਂਦੇ ਆ, ਤੇ ਜੇ ਡਰਦੇ ਤਾਂ ਡਰੀ ਜਾਂਦੇ ਆ। ਜਿੱਧਰ ਨੂੰ ਉਹ ਨਸ਼ਾ ਲਾ ਲੈਂਦਾ ਉਧਰ ਹੀ ਹੋ ਜਾਂਦਾ। ਤਾਂ ਇਹ ਵੀ ਉਦਾਂ ਦਾ ਕਰੈਕਟਰ ਹੈਗਾ ਜਿਹੜਾ ਬੈਠਾ ਉਹਦੇ ਸਰੂਰ 'ਚ, ਜਦੋਂ ਆਮ ਵੀ ਬੈਠਾ ਤਾਂ ਉਹਦਾ ਇੱਕ ਪੈਟ ਜਿਹਾ ਰੱਖਿਆ ਹੈ ਕਰੈਕਟਰ ਦਾ, ਟੋਨ ਜੀ ਜਿਹੜੀ ਚੱਲ ਜਾਂਦੀ ਹੈ। ਉਹ ਜਦੋਂ ਰੋਂਦਾ ਉਦੋਂ ਵੀ ਉਹ ਕਹਿੰਦੇ ਨਾ ਤੇਰਾ ਰੋਂਦੇ ਦਾ ਬਦਲਾ ਦਾ ਨਾ ਹੱਸਦੇ ਦਾ। ਸੋ ਇਹ ਕਰੈਕਟਰ ਨੂੰ ਉਸ ਤਰੀਕੇ ਨਾਲ ਬਾਈ ਹੋਰਾਂ ਨੇ ਇੰਨਾ ਸੋਹਣਾ ਕਰਵਾਇਆ ਹੈਗਾ ਜਿੰਨਾ ਆਪਾਂ ਮਿਹਨਤ ਕਰ ਸਕਦੇ ਸੋਨਾ ਕੀਤਾ। ਬਾਕੀ ਦਰਸ਼ਕ ਦੇਖ ਕੇ ਦੱਸਣਗੇ। ਤੇ ਮਤਲਬ ਸਾਰਿਆਂ ਤੋਂ ਛੋਟਾ ਹੈਗਾ ਤੇ ਫਿਲਮਾਂ ਦੇ ਵਿੱਚ ਵੀ ਛੋਟਾ ਤੇ ਉੱਦਾਂ ਵੀ ਛੋਟਾ। ਭਾਜੀ ਹੋਰੀ ਬੈਠੇ ਨੇ ਸਾਡੇ, ਇਹ ਤਾਂ ਸਾਡੇ ਉਹ ਮੈਂ ਕਹਿਣਾ ਹੁੰਦਾ ਵੀ ਅਧਿਆਪਕ ਨੇਗੇ ਜਿਨ੍ਹਾਂ ਨੇ ਸਾਡੇ ਲਈ ਪੱਧਰੇ ਕੀਤੇ ਨੇ ਰਾਹ। ਜਿਹੜੇ ਰੋੜੇ ਭਖੜੇ ਸੀਗੇ ਚੱਕ ਕੇ ਪਾਸੇ ਕਰਦੇ, ਕਹਿੰਦੇ ਆਓ ਬੱਚਿਓ ਲਓ ਨਿਆਰੇ। ਸੋ ਥੈਂਕ ਯੂ। ਬਾਈ ਹੋਰਾਂ ਨਾਲ ਕੰਮ ਕਰਕੇ ਹਮੇਸ਼ਾ ਵਧੀਆ ਲੱਗਦਾ। ਕਲੇਜੇ ਤੋਂ ਲੈ ਕੇ ਰੂੜੇ ਭੰਗੀ ਤੱਕ ਦਾ ਸਫ਼ਰ ਬਾਈ ਹੋਰਾਂ ਨਾਲ ਤੇ ਆਫ ਸੈੱਟ ਵੀ ਬਹੁਤ ਵਧੀਆ। ਲਵ ਯੂ ਸਾਰਿਆਂ ਨੂੰ ਤੇ ਤੁਸੀਂ ਫਿਲਮ ਜ਼ਰੂਰ ਦੇਖ ਕੇ ਆਪਣੇ ਰਿਵਿਊ ਦਿਓ। ਥੈਂਕ ਯੂ ਜੀ। ਤੁਸੀਂ ਦੱਸਦਾ ਮੈਂ ਸਾਰਿਆਂ ਨਾਲੋਂ ਛੋਟਾ, ਸਾਰਾ ਮੈਮ ਹੱਸ ਰਹੇ ਹਾਂ। ਦੱਸਦਾ ਸਭ ਨੂੰ ਕਿ ਅਸੀਂ ਵੱਡੇ ਹਾਂ। ਦੱਸਦਾ ਸਭ ਨੂੰ ਸਾਡੀ ਏਜ ਵੀ, ਜੇ ਬਾਈ ਚਾਂਸ ਰਘਵੀਰ ਬੋਲੀ ਦੀ ਏਜ ਪਤਾ ਲੱਗ ਜਾਣਾ ਸਾਰਾ ਗੁਰਬਾਦ ਦੀ ਏਜ ਉਸ ਤੋਂ ਥੋੜੀ ਜਿਹੀ ਵੱਡੀ ਹੈ। ਮੈਂ ਕਿਹਾ ਆਪਣੇ ਆਪ ਨੂੰ ਛੋਟਾ ਦੱਸੀਏ, ਮੈਨੂੰ ਕੋ ਸਾਰਿਆਂ ਤੋਂ ਵੱਡਾ ਦੱਸੀਏ। ਮੈਂ ਅੱਜ ਹੀ ਨਹੀਂ ਥੋੜਾ ਕਲਰ ਕਰਕੇ ਆਇਆ ਯਾਰ। ਭਾਜੀ ਕਲਰ ਨਾ ਵੀ ਕਰੋ ਤੁਸੀਂ ਤਾਂ ਵੀ ਵੱਡੀ ਰਹਿਣਾ ਜੀ। ਤੁਸੀਂ ਕਰੋ ਨਾ ਕਰੋ ਤੁਸੀਂ ਵੱਡੀ ਰਹਿਣਾ। ਰਿਸਪੈਕਟ ਵਾਈਜ਼ ਸਰ ਆਲਵੇਜ਼। ਸੋ ਵੀ ਆਰ ਓਪਨ ਫॉर द ਮੀਡੀਆ ਕੁਐਸਚਨਸ। ਸਾਡੀ ਮੀਡੀਆ ਦੇ ਜਿੰਨੇ ਵੀ ਸਵਾਲ ਨੇ ਤੁਸੀਂ ਪੁੱਛ ਸਕਦੇ ਹੋ ਸਾਡੀ ਸਟਾਰ ਕਾਸਟ ਤੋਂ। ਐਨੀ ਕੁਐਸਚਨ? ਸਾਰੇ ਆਪਣੇ ਆਪਣੇ ਸਵਾਲ ਛੁਪਾ ਕੇ ਬੈਠੇ, 1-on-1 ਚ ਪੁੱਛਣਾ ਸਭ ਨੇ, ਬੜੇ ਚਲਾਕ ਨੇ। ਹਾਂਜੀ, ਸੋ 1-on-1 ਵੱਲ ਵਧੀਆ ਕਿ ਐਨੀ ਕੁਐਸਚਨ? ਯੈਸ ਪਲੀਜ਼ ਮੈਮ। ਮਾਈਕ ਦੇ ਦਿਓ ਪਲੀਜ਼ ਮੈਮ। ਨਮਸਕਾਰ। ਨਮਸਕਾਰ ਜੀ। ਇਸ ਫਿਲਮ ਦੇ ਵਿੱਚ ਕਨਫਿਊਜ਼ ਹਾਂ, 7 ਹੀਰੋ ਨੇ, ਕਿਹਦੇ ਨਾਲ ਮਤਲਬ ਸ਼ਾਦੀ ਹੋਊਗੀ? ਮੈਨੂੰ ਤਾਂ ਸੱਤੇ ਠੀਕ ਲੱਗਦੀ ਹੈ ਜੀ। ਮੈਂ ਤਾਂ ਫਿਲਮ 'ਚ ਵੀ ਐਵੇਂ ਕਹਿ ਰਿਹਾ ਸੀਗਾ, ਤੁਸੀਂ ਦੇਖਿਆ ਹੋਣਾ ਜਦੋਂ ਟ੍ਰੇਲਰ। ਮੈਨੂੰ ਤਾਂ ਇਹ ਲੱਗਿਆ ਵੀ ਇਹਨਾਂ ਦੇ ਤਾਂ ਕੋਈ ਪੈਰ ਅਰਗੀ ਵੀ ਹੈ ਨਹੀਂ।
ਅੱਛਾ ਵੈਸੇ ਘਰ ਜਾਓਗੇ ਅੱਜ? ਹੈ ਜੀ ਘਰੇ ਜਾਓਗੇ ਅੱਜ? ਕਰੇ ਨਹੀਂ, ਅੱਜ ਨਹੀਂ ਜਾਣਾ ਜੀ ਘਰੇ, ਉਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਜਾਵਾਂ ਤਾਂ। ਨੰਬਰ 2 ਇੱਕ ਸਵਾਲ ਹੋ ਰਿਹਾ ਗਿੱਪੀ ਜੀ ਵੀ ਇੱਕ ਮਤਲਬ ਸਾਰੇ ਦੇ ਵਾਈਟ ਕੱਪੜੇ ਕਿਉਂ ਨੇ? ਪਹਿਲੀ ਵਾਰੀ ਦੇਖਿਆ ਸੀ। ਅੱਛਾ ਉਹ ਗਾਣੇ 'ਚ ਜੀ? ਹਾਂ ਸਾਰੇ ਮਤਲਬ ਉੱਥੇ ਮਰ ਕਿਤੇ ਗਏ ਹੋਏ ਨੇ ਜੀ, ਮਰ ਕਿਤੇ ਗਏ ਹੋਏ ਨੇ ਜੀ, ਉੱਥੇ ਕਿਸੇ ਦਾ ਕੰਮ ਏਦਾਂ ਚੱਲਦਾ ਜੀ, ਤੇ ਇੱਧਰ ਆਸ਼ਕੀਆਂ ਸੁੱਝ ਰਹੀਆਂ ਨੇ ਗਿਰਧਾਰੀ ਲਾਲ ਨੂੰ, ਉਹੋ ਜਿਹਾ ਮਾਹੌਲ ਆ ਉੱਥੇ ਜੀ। ਗੁਰਪ੍ਰੀਤ ਜੀ ਇੱਕ ਸਵਾਲ ਹੈ ਬਈ ਤੁਸੀਂ ਅਰਦਾਸ ਦੇ ਵਿੱਚ ਦੇਖੋ ਕਿੰਨਾ ਹੈ ਨਾ ਸਾਰੇ 'ਚ ਬਹੁਤ ਵਧੀਆ ਰੋਲ ਕਰਦੇ ਹੋ, ਇਹਦੇ ਵਿੱਚ ਨੈਗੇਟਿਵ ਕਿਉਂ ਕੀਤਾ ਕਿਉਂ? ਓ ਮਾਈ ਗॉड ਭਾਜੀ ਮੈਂ ਤੁਹਾਨੂੰ ਕਿਹਾ ਸੀ ਨਾ ਕਰਾਓ ਨੈਗੇਟਿਵ ਮੇਰੇ ਤੋਂ। ਮੈਂ ਜਦੋਂ ਭਾਜੀ ਕੋ ਗਿਆ, ਮੈਂ ਭਾਜੀ ਨੂੰ ਇਹ ਗੱਲ ਕਹੀ, ਮੈਂ ਕਿਹਾ ਭਾਜੀ ਦੇਖੋ ਜਦੋਂ ਅਰਦਾਸ ਕੀਤੀ ਤੁਹਾਨੂੰ ਕਿੰਨੀਆਂ ਦਵਾਵਾਂ ਕਿੰਨਾ ਸਤਿਕਾਰ ਮਿਲਿਆ, ਤੁਸੀਂ ਮੰਨਦੇ ਹੋ ਨਾ? ਕਹਿੰਦੇ ਹਾਂ। ਮੈਂ ਕਿਹਾ ਫਿਰ ਜੇ 2-4 ਬੰਦੇ ਗਾਲਾਂ ਵੀ ਕੱਢ ਲੈਣਗੇ ਤਾਂ ਕਿੱਡੀ ਕੀ ਗੱਲ ਹੋ ਜੂ, ਮੇਰੇ ਲਈ ਖਾ ਲਿਓ। ਭਾਜੀ ਕਹਿੰਦੇ ਠੀਕ ਆ। ਸੋ ਐਕਚੁਅਲੀ ਕੀ ਆ ਜੀ, ਮੈਂ ਤੁਹਾਨੂੰ ਦੱਸਦਾ, ਜਦੋਂ ਕੋਈ ਬੰਦਾ, ਹਰ ਬੰਦੇ ਦਾ ਆਪਣਾ ਆਪਣਾ ਥਾਟ ਹੁੰਦਾ। ਜਦੋਂ ਮੈਂ ਫਿਲਮ ਅਰਦਾਸ ਬਣਾਈ ਸੀ ਤਾਂ ਮੈਨੂੰ ਇਹ ਲੱਗ ਰਿਹਾ ਸੀ ਵੀ ਘੁੱਗੀ ਭਾਜੀ ਤੋਂ ਬਿਨਾਂ ਉਹ ਰੋਲ ਨੂੰ ਕੋਈ ਅਟੈਂਪਟ ਨਹੀਂ ਕਰ ਸਕਦਾ, ਔਰ ਮੇਰਾ ਅੱਜ ਵੀ ਇਹੀ ਕਹਿਣਾ, ਮੈਨੂੰ ਨਹੀਂ ਲੱਗਦਾ ਕਿ ਗੁਰਮੁਖ ਸਿੰਘ ਕੋਈ ਹੋਰ ਬੰਦਾ ਪਲੇ ਕਰ ਸਕਦਾ, ਜਾਂ ਮੈਜਿਕ ਜਿਹੜਾ ਦੂਸਰੀ ਫਿਲਮ ਸੀ। ਸੋ ਜਦੋਂ ਇਹ ਪਾਰਟ ਦੀ ਗੱਲ ਆਈ, ਮੈਂ ਬੜਾ ਸੋਚਿਆ ਕਿ ਯਾਰ ਕਰੈਕਟਰ ਥੋੜਾ ਨੈਗੇਟਿਵ ਸ਼ੇਡ ਦਾ, ਕਿ ਮੈਂ ਘੁੱਗੀ ਭਾਜੀ ਤੋਂ ਨਾ ਕਰਾਵਾਂ, ਮੈਂ ਹੋਰ ਬੰਦਾ ਲੱਭਾਂ। ਮੈਂ ਬਹੁਤ ਸੋਚਿਆ, ਅਖੀਰ ਮੈਨੂੰ ਇਹ ਲੱਗਿਆ ਵੀ ਜੇ ਘੁੱਗੀ ਭਾਜੀ ਨਹੀਂ ਕਰਨਗੇ ਤਾਂ ਰੋਲ ਖਰਾਬ ਹੋ ਜਾਊਗਾ, ਕਿਉਂਕਿ ਮੈਨੂੰ ਜਿਸ ਤਰ੍ਹਾਂ ਦਾ ਕਰੈਕਟਰ ਚਾਹੀਦਾ ਸੀ ਮੈਂ ਕਿ ਇਹਨਾਂ ਨੂੰ ਸੁਣਾਇਆ, ਪਰ ਘੁੱਗੀ ਭਾਜੀ ਨੇ ਇੱਕ ਵੀ ਵਾਰੀ ਮੈਨੂੰ ਇਹ ਗੱਲ ਨਹੀਂ ਕਹੀ ਵੀ ਮੈਂ ਰੋਲ ਬਾਰੇ ਸੋਚਦਾ ਜਾਂ ਮੈਂ ਕਰਾਂ ਜਾਂ ਨਾ ਕਰਾਂ। ਇਹ ਕਹਿੰਦੇ ਯਾਰ ਮੈਂ ਐਕਟਰ ਹਾਂ, ਮੇਰੀ ਜੌਬ ਆ, ਔਰ ਮੈਨੂੰ ਤੂੰ ਰੋਲ ਦਿੱਤਾ, ਮੈਂ ਗੱਲ ਵੀ ਨਹੀਂ ਸੁਣੀ ਹੈਗੀ। ਕਹਿੰਦੇ ਚਲੋ ਸੈੱਟ ਤੇ ਜਾਵਾਂਗੇ। ਔਰ ਮੈਂ ਸੱਚੀ ਦੱਸਾਂ, ਇਹਨਾਂ ਨੇ ਇੰਨਾ ਕੁ ਵਧੀਆ ਰੋਲ ਕੀਤਾ ਵੀ ਹੋਰ ਤਾਂ ਕਿਸੇ ਨੇ ਫਿਲਮ ਦੇਖੀ ਨਹੀਂ, ਮੈਂ ਦੇਖੀ ਆ ਫਿਲਮ 5-4 ਵਾਰੀ ਦੇਖ ਕੇ ਮੈਂ ਹੀ ਇਹਨਾਂ ਨੂੰ ਬਹੁਤ ਗਾਲਾਂ ਕੱਢੀਆਂ। ਐਕਚੁਅਲੀ ਇਹਨਾਂ ਨੇ ਮੈਨੂੰ ਮੋਟੀਵੇਟ ਕੀਤਾ, ਜਿੱਦਾਂ ਅਸੀਂ ਕਿਸੇ ਨੂੰ ਮੋਟੀਵੇਟ ਕਰਦੇ ਨਾ, ਤੇਰੇ ਅੰਦਰ ਇੱਕ ਤਾਕਤਵਰ ਇਨਸਾਨ ਬੈਠਾ ਹੈ, ਤੇਰੇ ਅੰਦਰ ਇੱਕ ਬੜਾ ਅੱਛਾ ਇਨਸਾਨ ਬੈਠਾ ਹੈ, ਤੂੰ ਕਰ। ਇਹਨੇ ਮੈਨੂੰ ਮੋਟੀਵੇਟ ਕੀਤਾ, ਕਹਿੰਦਾ ਭਾਜੀ ਤੁਹਾਡੇ ਅੰਦਰ ਇੱਕ ਬਹੁਤ ਘਟੀਆ ਇਨਸਾਨ ਬੈਠਾ ਹੈ, ਉਹਨੂੰ ਜਗਾਓ। ਉਹ ਜਗਾਇਆ ਫਿਰ ਭਾਜੀ ਨੇ ਐਸਾ ਜਗਾਇਆ ਜੀ। ਪਲੀਜ਼ No, this is my first movie. Yes, but for me, मैं उन्होंने कभी भी काउंट नहीं करती, क्योंकि ਉਹਦੇ ਪਿੱਛੇ ਇੱਕ ਰੀਜ਼ਨ ਹੈ। ਮੈਂ ਉਸ ਵਕਤ 19 ਜਾਂ 20 ਦੀ ਏਜ ਦੇ ਵਿੱਚ ਸੀਗੀ, ਔਰ ਮੈਂ ਬਹੁਤ ਕਲੀਅਰਲੀ ਇਸ ਗੱਲ ਨੂੰ ਕਹਿੰਦੀ ਹਾਂ ਕਿ ਸਾਡੇ ਫਿਲਮਸ ਦੇ ਵਾਸਤੇ ਤੁਸੀਂ ਸਕੂਲਿੰਗ ਕਰ ਲਓ, ਕੋਰਸਸ ਕਰ ਲਓ, ਡਿਗਰੀਜ਼ ਕਰ ਲਓ, ਬਟ ਜਦ ਤੱਕ ਤੁਸੀਂ ਸੈੱਟ ਤੇ ਨਹੀਂ ਜਾਂਦੇ ਉਦੋਂ ਤੱਕ ਤੁਹਾਨੂੰ ਨਹੀਂ ਪਤਾ ਲੱਗਦਾ ਟੈਕਨੀਕਲ ਲੈਂਗੁਏਜ ਦਾ, ਸੈੱਟ ਦਾ, ਮੂਵੀ ਦੇ ਮਾਹੌਲ ਦਾ, ਤੁਹਾਡਾ ਫੀਅਰ ਨਹੀਂ ਨਿਕਲਦਾ। ਸੋ ਉਸ ਵਕਤ ਮੈਂ ਉਹ ਮੂਵੀ ਕੀਤੀ, ਔਰ ਮੈਨੂੰ ਬਹੁਤ ਲੋਕਾਂ ਦੇ ਰਿਵਿਊਜ਼ ਆਏ ਕਿ ਆਵਾਜ਼ ਦੇ ਵਿੱਚ ਉਹ ਗੜਕ ਨਹੀਂ ਹੈ, ਫੇਸ ਤੇ ਥੋੜੀ ਜ਼ਿਆਦਾ ਇਨੋਸੈਂਸ ਹੈ, ਤੁਹਾਡੇ 'ਚ ਆ ਚੇਂਜ ਹੋਣਾ ਚਾਹੀਦਾ। ਦੈਟਸ ਵਾਈ ਮੈਨੂੰ ਲੱਗਿਆ ਕਿ ਮੈਨੂੰ ਥੋੜਾ ਬੈਕ ਸਟੈਪ ਕਰਨਾ ਚਾਹੀਦਾ, ਔਰ ਮੈਂ ਜਦੋਂ वापस आवा और एक इमोशंस की मैच्योरिटी और परसनैलिटी की मैच्योरिटी और ओवरऑल बहुत कुछ एक्सपीरियंस लैके आवा मूवीज़ दे विच। बट यस, मैं इंटरव्यूज़ दे विच बहुत बार बोलिया भी और मेरे काफ़ी फैंस मैनू कहते कि तुसीं कहंदे सी मूवी करनी नहीं हैगी। मैं बहुत क्लीयरली ये गल कही सी कि जो बहुत सामने होंदी, बहुत इज्जत नाल, बहुत रिस्पैक्ट नाल और मैनू बहुत प्यार नाल वेलकम किया जाऊगा कि आओ और असी चाहुंदे हां कि ये चीज़ तुसीं करो, और फिर मैं अपना सिर झुकाऊंगी। यस, मैनू फोन आया, मैनू राणा रणबीर जी ने कैनेडा तो कॉल किया सी, और मैं उन्होंने सीधा ये गल कही सी, तुसीं जिहड़ा रोल मैनू देना दे दो, मैं इस टीम दे नाल काम करना चाहुंदी हां। सो मेरा उस तो बाद एक्सपीरियंस ऑलवेज यही रहा है कि सैट के उत्ते सानू बहुत प्यार नाल साडी हर चीज़ सुनी गई एंड बहुत वधिया तरीके नाल एक्सपीरियंस दिता गया। मैं स्टिल हले नहीं कहती कि मैं इस फिल्म दे विच, क्योंकि पूरा ओवरऑल तुहानू जो बहुत हाई लैवल कैरेक्टर देखने को मिलेगा वो मिलेगा गिप्पी जी का। असी एक सपोर्टिंग कास्ट हाँ, क्योंकि फिल्म दे विच हर पर्सन की कहानी जुड़ी हुई है, बट सेंटर ऑफ अट्रैक्शन इज़ गिप्पी जी। सो इस फिल्म तो मैं कह सकती हाँ कि मैं एक नवा एक्सपीरियंस गेन किया, एंड यस, वास्ट सिनेमा जिहड़ा आ मैं ओहदा पार्ट बनी है, दैट इज़ मोर इंपॉर्टेंट, क्योंकि उस वक्त फिल्मां कुछ होर लैवल ते बनदियां सी, अज फिल्मां पूरी टेक्नोलॉजी, पूरी फुल ऑफ बजट एंड प्रॉपर हर तरीके नूं मैनेज करके बनदियां। हुण फिल्मां दे विच किसी तरह की घाट नहीं हैगी। थैंक यू।
नहीं एक्चुअली ये जरूरी नहीं है। मैं कदे भी ये कोशिश नहीं की कि ट्रेलर ਦੇ ਵਿੱਚ ਸਾਰੇ ਬੰਦਿਆਂ ਨੂੰ ਪਾਵਾਂ ਜਾਂ ਸਾਰਿਆਂ ਨੂੰ ਨਹੀਂ ਪਾਵਾਂ। ਕਈ ਵਾਰੀ ਬੰਦੇ ਨਹੀਂ ਪੈਂਦੇ ਹੈਗੇ, ਕਈ ਵਾਰੀ ਉਹ ਚੀਜ਼ ਫਿੱਟ ਨਹੀਂ ਹੁੰਦੀ ਹੈਗੀ। ਕਈ ਬੰਦਿਆਂ ਦੇ ਇਸ ਟ੍ਰੇਲਰ ਦੇ ਵਿੱਚ ਨਹੀਂ ਡਾਇਲੋਗ ਹੈਗੇ ਹੈ ਨਾ, ਤੇ ਮੈਂ ਇਹ ਵੀ ਨਹੀਂ ਸੋਚ ਕੇ ਕਰਦਾ ਕਿ ਇਹਦੀ ਫੁਟੇਜ ਇੰਨੀ ਰੱਖੀਏ ਜਾਂ ਇਹਦਾ ਡਾਇਲੋਗ ਇੰਨਾ ਰੱਖੀਏ, ਕਿਉਂਕਿ ਮੈਂ ਜਦੋਂ ਫਿਲਮ ਬਣਾਉਂਦੇ ਆ ਜੋ ਕਰੈਕਟਰ ਆਪਾਂ ਕਿਸੇ ਨੂੰ ਸੁਣਾਉਂਦੇ ਆ ਆਪਾਂ ਉਹਨੂੰ ਡੈਫੀਨੇਟਲੀ ਕੋਸ਼ਿਸ਼ ਕਰਦੇ ਆ ਕਿ ਜੋ ਉਹਨਾਂ ਨੂੰ ਸੁਣਾਇਆ ਉਸ ਤੋਂ ਬੈਟਰ ਬਣਾਇਆ ਜਾਵੇ। ਕਿਉਂਕਿ ਜੇ ਮੈਂ ਅੱਜ ਕਿਸੇ ਐਕਟਰ ਨੂੰ ਲਿਆ ਵਾ, ਘੁੱਗੀ ਭਾਜੀ ਨੂੰ ਲਿਆ, ਮੈਂ ਇਹਨਾਂ ਨੂੰ ਵੇਸਟ ਕਿਉਂ ਕਰੂੰਗਾ? ਹਿਮਾਂਸ਼ੀ ਨੂੰ ਲਿਆ, ਮੈਂ ਕਿਉਂ ਵੇਸਟ ਕਰੂੰਗਾ? ਮੈਨੂੰ ਇਹ ਹੋਊਗਾ ਕਿ ਮੈਂ ਇਹਨੂੰ ਬੈਸਟ ਤੋਂ ਬੈਸਟ ਤਰੀਕੇ ਨਾਲ ਯੂਜ਼ ਕਰਾਂਗਾ ਕਿ ਨੈਕਸਟ ਟਾਈਮ ਜਦੋਂ ਅਸੀਂ ਇਹਨਾਂ ਨੂੰ ਕਾਲ ਕਰੀਏ ਤਾਂ ਇਹ ਕਹਿਣ ਯਾਰ 100% ਇਹੀ ਕਰਨਾ। ਸੋ ਟ੍ਰੇਲਰ ਦੇ ਲਈ ਇੰਪੋਰਟੈਂਟ ਕੀ ਹੁੰਦਾ ਕਿ ਟ੍ਰੇਲਰ ਵਧੀਆ ਹੋਵੇ। ਸੋ ਉਹ ਚੀਜ਼ ਇੰਪੋਰਟੈਂਟ ਨਹੀਂ ਹੁੰਦਾ ਵੀ ਕੌਣ ਕਿੰਨਾ ਹੈ ਕੌਣ ਨਹੀਂ। ਬਟ ਹਾਂ ਇਹ ਫਿਲਮ ਇੱਦਾਂ ਦੀ ਹੈ ਆਲਮੋਸਟ ਇਹਦੇ 'ਚ ਟ੍ਰੇਲਰ 'ਚ ਸਾਰੇ ਬੰਦੇ ਹੀ ਪ੍ਰੈਜ਼ੈਂਟਲੀ ਦਿਖੇ। ਹਾਂਜੀ, ਸੋ ਬਣਿਆ ਉੱਦਾਂ ਦਾ ਟ੍ਰੇਲਰ। ਸ਼ੂਟਿੰਗ ਕਿੱਥੇ ਸੀ ਜੀ? ਸ਼ੂਟਿੰਗ ਪੰਜਾਬ ਦੇ ਵਿੱਚ ਸੀਗੀ ਜੀ, ਕਿਉਂਕਿ ਇਹ ਫਿਲਮ ਵੰਡ ਤੋਂ ਪਹਿਲਾਂ ਦੀ ਆ, 47 ਤੋਂ ਪਹਿਲਾਂ ਦੀ ਫਿਲਮ ਦਿਖਾਈ ਗਈ ਹੈ ਤੇ ਸਾਰੇ ਸੈੱਟ ਬਣਾਉਣੇ ਪਏ ਜੀ। ਕੋਈ ਰੀਅਲ ਲੋਕੇਸ਼ਨ ਨਹੀਂ ਹੈ, ਸਾਰੀ ਫਿਲਮ ਸੈੱਟਾਂ ਦੇ ਉੱਤੇ ਹੀ ਸ਼ੂਟ ਹੋਈ ਹੈ। 2-3 ਸੈੱਟ ਬਿਲਕੁਲ ਨਵੇਂ ਕ੍ਰੀਏਟ ਕੀਤੇ ਗਏ ਸੀਗੇ, ਕੁਝ ਪੁਰਾਣੇ ਸੀਗੇ ਉਹਨਾਂ 'ਚ ਅਮੈਂਡਮੈਂਟਸ ਕਰਕੇ ਉਹਨਾਂ ਦੀ ਭੰਨ ਤੋੜ ਕਰਕੇ ਚੀਜ਼ਾਂ ਬਣਾਈਆਂ ਗਈਆਂ। ਸੋ ਸਾਰੀ ਅਰਾਊਂਡ ਚੰਡੀਗੜ੍ਹ ਹੀ ਕੀਤੀ ਹੈ ਜੀ। थैंक यू सो मच। ऑफ कोर्स हंबल मोशन पिक्चर्स ही एक ऐसा प्रोडक्शन हाउस है जो इन्ने आर्टिस्ट ਨੂੰ ਇੱਕ ਪ੍ਰੋਜੈਕਟ ਦੇ ਵਿੱਚ ਲੈ ਕੇ ਆ ਸਕਦੇ ਨੇ ਤੇ ਸਾਰੇ ਆਰਟਿਸਟ ਦੀ ਤਾਰੀਫ ਕਰਨੀ ਵੀ ਬਣਦੀ ਹੈ ਕਿ ਨਾਰਮਲੀ ਹਰ ਕਿਸੇ ਨੂੰ ਹੁੰਦਾ ਕਿ ਅਸੀਂ ਲੀਡ ਤੇ ਆਈਏ, ਲੀਡ ਤੇ ਆਈਏ, ਲੀਡ ਤੇ ਆਈਏ, ਲੇਕਿਨ ਕਿਸੇ ਪ੍ਰੋਜੈਕਟ ਦੇ ਵਿੱਚ ਇਕੱਠੇ ਆਉਣਾ। ਰਾਣਾ ਰਣਵੀਰ ਸਰ ਦੀ ਵੀ ਤਾਰੀਫ ਹੈ ਕਿ ਉਹਨਾਂ ਨੇ ਇੰਨੇ ਸੋਹਣੇ ਤਰੀਕੇ ਦੇ ਨਾਲ ਗਿੱਪੀ ਸਰ ਦੇ ਨਾਲ ਮਿਲ ਕੇ ਇਸ ਫਿਲਮ ਦੀ ਸਕ੍ਰਿਪਟ ਲਿਖੀ ਤੇ ਸਾਰੇ ਸਟਾਰਸ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਇਸ ਫਿਲਮ ਦਾ ਹਿੱਸਾ ਬਣੇ। ਥੈਂਕ ਯੂ ਸੋ ਮਚ। ਸੋ ਅਸੀਂ ਵਾਈਂਡ ਅਪ ਕਰਦੇ ਹਾਂ ਪ੍ਰੈਸ ਕਾਨਫਰੰਸ ਨੂੰ। ਇਸ ਤੋਂ ਬਾਅਦ 1-on-1 ਹੋਏਗਾ, ਲੇਕਿਨ ਆਈ ਹੋਈ ਮੀਡੀਆ ਨੂੰ ਰਿਕੁਐਸਟ ਹੈ ਕਿ ਤੁਸੀਂ ਸਾਰੇ ਫਿਲਹਾਲ ਆਪਣੀ ਸੀਟਸ ਤੇ ਪਲੀਜ਼ ਬੈਠੇ ਰਹੋ ਕਿਉਂਕਿ ਅਸੀਂ ਅਲੱਗ-ਅਲੱਗ ਸੈੱਟ ਇੱਥੇ ਬਣਾਏ ਹੋਏ ਨੇ ਤੁਹਾਡੇ ਸਭ ਦੇ ਲਈ। ਸੋ ਤੁਹਾਨੂੰ ਹਰ ਕਿਸੇ ਦਾ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਮਿਲੇਗਾ, ਲੇਕਿਨ 1 by 1 ਤੁਸੀਂ ਆਪਣੀ ਟਰਨ ਵਾਈਜ਼ ਹਰ ਸਟਾਰ ਦੇ ਨਾਲ ਇੰਟਰੈਕਸ਼ਨ ਕਰ ਸਕਦੇ ਹੋ ਜਿੱਥੇ ਤੁਹਾਨੂੰ ਸੈੱਟ ਅਲਾਟ ਕੀਤਾ ਜਾਏਗਾ। ਥੈਂਕ ਯੂ ਸੋ ਮਚ। ਤੇ ਮੈਂ ਸਟਾਰਕਾਸਟ ਨੂੰ ਰਿਕੁਐਸਟ ਕਰਨਾ ਚਾਹੂੰਗੀ ਕਿ ਇੱਕ ਗਰੁੱਪ ਫੋਟੋ ਦੇ ਲਈ ਪਲੀਜ਼ ਸਾਰੇ ਜਣੇ ਕੈਮਰਾ ਦੇ ਲਈ ਪੋਜ਼ ਕਰਨ ਖੜੇ ਹੋ ਕੇ। ਥੈਂਕ ਯੂ ਸੋ ਮਚ।